फिर अंगद गुर ते अमरदास रामदास होई सहाय। हरजन हर गोबिंद नो सिमरो श्री हर राय। श्री हर कृष्ण ध्याइयै जिस डिठे सब दुख जाए। तेग बहादुर सिमरिया घर नौ निध आवे ताए। सब थाई होए सहाय। मन चाओ पया प्रभ आगम सुनया। हर मंगल गाओ सखी गृह मंदिर बनया। गोबिंद 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 संग नाम देओ मन लीना। आड़ दाम को छिपरो होयो लाखीना। तनना बुनना त्याग कर प्रीत चरण कबीरा। नीच कुला जुलाहरा पयो गुणी गहीरा। रविदास टवंता टोर नीत तिन त्यागी माया। प्रगट हुआ साध संग हर दर्शन पाया। सैन नाई बुतकारिया ओह घर घर सुनया। हृदय वसया पार ब्रह्म भगता मह गणया। एह बिद सुन के जाटरो उठ भगति लागा। मिलै प्रतख गुसैया धन्ना वड भागा। एह बिद सुन के जाटरो उठ भगति लागा। मिलै प्रतख गुसैया धन्ना वड भागा। सुखाओ टल गुर ऐनिस सहज दर्शन परसया। जन्म मरण दुख होवै सिफत कसम। नूर अरसों कुरसों तुद डिठे सचे। मल जन्म जन्म दे सजन सचा पात सा। सिर सांद जिस पास बैठिया सबना दा। जिस पास बैठिया सोही है सबना दा वेसा हो। वालिए कुल आलम पतत पावन जुगो जुग अटल। साहिब गुरु ग्रंथ साहिब जियां दी पावन पवित्र हजूरी अंदर सभाएमान हो रही गुरु की संगत। आप संगतां ने गुरु दरबार विच सुशोभित हो करके सतगुरां दी गुरबानी दे रस भिन्ने कीर्तन शब्द सरवण कीते।
ਮਹਾਰਾਜ ਦੇ ਦਰਬਾਰ ਵਿੱਚ ਬੈਠ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਕੀਤੀ, ਗੁਰ ਫਤਿਹ ਦੀ ਹਾਜ਼ਰੀ ਲਵਾਈਏ। ਮਿਲ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨੂੰ ਸ਼੍ਰੋਮਣੀ ਭਗਤ ਧੰਨਾ ਜੀਆਂ ਦਾ ਜੋ ਜਨਮ ਦਿਹਾੜਾ ਹੈ ਉਹ ਪ੍ਰਾਪਤ ਹੋ ਰਿਹਾ। ਨਾਲ ਨਾਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ, ਹਿੰਦ ਦੀ ਚਾਦਰ ਪਾਤਸ਼ਾਹ ਜੀ, ਤਿੰਨਾਂ ਦਾ ਪ੍ਰਕਾਸ਼ ਦਿਹਾੜਾ ਵੀ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਤੇ ਇਸ ਦੇ ਸੰਬੰਧ ਵਿੱਚ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਆਪਾਂ ਇਹ ਦੀਵਾਨ ਜਿਹੜੇ ਨੇ ਇਹ ਸਜਾਏ ਹੋਏ ਨੇ, ਜਿਹਦੇ ਵਿੱਚ ਗੁਰੂ ਘਰ ਦੇ ਕੀਰਤਨੀਏ ਔਰ ਪ੍ਰਚਾਰਕ ਆਪ ਸੰਗਤਾਂ ਨੂੰ ਗੁਰੂ ਕੀ ਬਾਣੀ ਦਾ ਜਸ ਸਰਵਨ ਕਰਵਾ ਰਹੇ ਨੇ, ਅੱਗੇ ਹੋਰ ਕਰਵਾਉਣਗੇ। ਸੋ ਆਓ ਕੁਝ ਸਮੇਂ ਲਈ ਆਪਣਾ ਮਨ ਟਿਕਾਈਏ, ਧਿਆਨ ਟਿਕਾਈਏ ਗੁਰੂ ਚਰਨਾਂ ਦੇ ਵਿੱਚ। ਸਤਿਗੁਰਾਂ ਦੇ ਇਤਿਹਾਸ ਨੂੰ ਸਰਵਨ ਕਰੀਏ, ਜੀਵਨੀ ਸਰਵਨ ਕਰੀਏ ਔਰ ਸ਼੍ਰੋਮਣੀ ਭਗਤ ਜੋ ਭਗਤ ਧੰਨਾ ਜੀ ਨੇ ਉਹਨਾਂ ਦਾ ਜੀਵਨ ਵੀ ਆਪਾਂ ਸਰਵਨ ਕਰਾਂਗੇ। ਸੋ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 15 ਭਗਤਾਂ ਦੀ ਬਾਣੀ ਹੈ। 15 ਭਗਤਾਂ ਦੇ ਵਿੱਚੋਂ ਇੱਕ ਭਗਤ ਨੇ ਭਗਤ ਧੰਨਾ ਜੀ, ਜਿਨ੍ਹਾਂ ਦੇ 3 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਏ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਇਹ ਬਚਨ ਉਹਨਾਂ ਨੇ ਸੋਠ ਰਾਗ ਵਿੱਚ ਬਖਸ਼ਿਸ਼ ਕੀਤਾ ਹੈ। ਕੁਝ ਸ਼ਬਦ ਉਹਨਾਂ ਦੇ ਆਸਾ ਰਾਗ ਦੇ ਵਿੱਚ ਅੰਕਿਤ ਮਹਾਰਾਜ ਸਾਹਿਬ ਦੀਆਂ ਨੇ ਕੀਤੇ। ਭਗਤ ਧੰਨਾ ਜੀ ਦਾ ਜਿਹੜਾ ਜਨਮ ਸਥਾਨ ਹੈ ਧੂਆਨ ਨਾਮ ਦਾ ਪਿੰਡ ਹੈ ਰਾਜਸਥਾਨ ਦੇ ਅੰਦਰ। ਇੱਕ ਜ਼ਿਮੀਂਦਾਰ ਘਰਾਣੇ ਨਾਲ ਸੰਬੰਧ ਰੱਖਦੇ। ਸੋ ਖੇਤੀਬਾੜੀ ਦਾ ਕੰਮ, ਜਿਸ ਤਰ੍ਹਾਂ ਕਿ ਪਿਤਾ ਪੁਰਖੀ ਕੰਮ ਹੁੰਦਾ ਨਾ, ਜੱਟ ਜ਼ਿਮੀਂਦਾਰ ਜ਼ਮੀਨ ਦਾ ਖੇਤ ਦਾ ਕੰਮ ਕਰਦੇ। ਛੋਟੀ ਉਮਰ ਦੇ ਵਿੱਚ ਹੀ ਭਗਤ ਧੰਨਾ ਜੀ ਆਪਣੇ ਪਿਤਾ ਜੀ ਦੇ ਨਾਲ ਬਾਹਰ ਮੱਝਾਂ ਗਾਵਾਂ ਚਾਰਨ ਵਾਸਤੇ ਜਾਣਾ। ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਮੰਦਰ ਹੈ ਤੇ ਮੰਦਰ ਦੇ ਬਾਹਰ ਪੁਜਾਰੀ ਬੈਠਾ ਹੋਇਆ। ਪੁਜਾਰੀ ਨੇ ਰੋਜ਼ ਕੀ ਕਰਨਾ ਹੈ ਕਿ ਪੱਥਰ ਦਾ ਇਸ਼ਨਾਨ ਕਰਵਾ ਕੇ, ਧੂਪ ਬੱਤੀ ਲਾ ਕੇ ਤੇ ਕੁਝ ਫੁੱਲਾਂ ਦੀ ਵਰਖਾ ਕਰਨੀ, ਕੁਝ ਪਕਵਾਨ ਰੱਖ ਕੇ ਭੋਗ ਲਵਾਉਣਾ ਤੇ ਪੂਰੀ ਆਪਣੀ ਜਿਹੜੀ ਉਹਨਾਂ ਦੀ ਮਰਿਆਦਾ ਹੈ ਉਹਨੂੰ ਪੂਰਾ ਸੰਪੂਰਨ ਕਰਨਾ। ਭਗਤ ਧੰਨਾ ਜੀ ਬਚਪਨ ਤੋਂ ਹੀ ਵੇਖਦੇ, ਜਦੋਂ ਉਸ ਪਾਸੇ ਨੂੰ ਜਾਵਾਂ ਗਾਵਾਂ ਲੈ ਕੇ ਜਾਣਾ ਤੇ ਵੇਖਣਾ ਉਹ ਬ੍ਰਾਹਮਣ ਪੂਜਾ ਕਰਦਾ ਪਿਆ। ਕਰਦਿਆਂ ਭਗਤ ਧੰਨਾ ਜੀ ਵੇਖਦੇ, ਜ਼ਰੂਰ ਜਵਾਨ ਹੁੰਦੇ ਜਾਂਦੇ, ਹੁਣ ਇਕੱਲੇ ਹੀ ਗਾਵਾਂ ਲੈ ਕੇ ਚਲੇ ਜਾਂਦੇ ਚਾਰਨ ਵਾਸਤੇ। ਇੱਕ ਦਿਨ ਮਨ ਵਿੱਚ ਵਿਚਾਰ ਬਣੀ ਵੀ ਇਸ ਬ੍ਰਾਹਮਣ ਨੂੰ ਪੁੱਛਣਾ ਚਾਹੀਦਾ ਵੀ ਇਹ ਕੀ ਕਿਰਿਆ ਕਰਦਾ ਹੈ। ਬ੍ਰਾਹਮਣ ਨੂੰ ਜਿਸ ਵੇਲੇ ਪੁੱਛਿਆ ਤੇ ਉਸਨੇ ਆਖਿਆ, ਮੈਂ ਠਾਕੁਰ ਦੀ ਪੂਜਾ ਕਰਦਾ। ਕਾਹਦੇ ਵਾਸਤੇ ਕਰਦਾ? ਮੈਂ ਪੂਜਾ ਤਾਂ ਕਰਦਾ ਜੋ ਮੈਂ ਮੰਗਦਾ ਹਾਂ ਉਹ ਮੈਨੂੰ ਪ੍ਰਾਪਤ ਹੁੰਦਾ ਹੈ। ਜਦੋਂ ਭਗਤ ਧੰਨਾ ਜੀ ਨੇ ਬਚਨ ਸਰਵਣ ਕੀਤੇ ਨਾ, ਉਮਰਾਂ ਛੋਟੀ ਹੈ ਤੇ ਮਨ ਵਿੱਚ ਵਿਚਾਰ ਬਣੀ ਵੀ ਲੋੜਾਂ ਤੇ ਮੇਰੀਆਂ ਵੀ ਬੜੀਆਂ ਨੇ, ਮੇਰੀਆਂ ਲੋੜਾਂ ਵੀ ਕਿਉਂ ਨਾ ਹੋਵੇ, ਮੈਂ ਇਹਨਾਂ ਦੇ ਵਾਂਗ ਪੂਜਾ ਕਰਕੇ ਤੇ ਪੂਰੀਆਂ ਕਰ ਲਵਾਂ। ਉਸ ਵੇਲੇ ਭਗਤ ਧੰਨਾ ਜੀ ਨੇ ਸੁਭਾਵਕ ਹੀ ਕਹਿਣ ਲੱਗੇ, ਜੀ ਇੱਕ ਠਾਕੁਰ ਫਿਰ ਮੈਨੂੰ ਦੇ ਦਿਓ, ਮੈਂ ਵੀ ਪੂਜਾ ਕਰਾਂਗਾ, ਮੇਰੀਆਂ ਵੀ ਕਈ ਜ਼ਰੂਰਤਾਂ ਨੇ, ਲੋੜਾਂ ਨੇ, ਪੂਰੀਆਂ ਹੋਣਗੀਆਂ। ਤੇ ਪੰਡਤ ਬ੍ਰਾਹਮਣ ਨੇ ਉਸ ਵੇਲੇ ਨਾ ਕਰ ਦਿੱਤੀ, ਕਹਿਣ ਲੱਗਾ, ਨਹੀਂ, ਪੂਜਾ ਕਰਨੀ ਤੇ ਬ੍ਰਾਹਮਣਾਂ ਦਾ ਕੰਮ ਹੈ, ਤੁਹਾਡਾ ਕੰਮ ਜ਼ਿਮੀਂਦਾਰਾਂ ਵਾਲਾ, ਤੁਹਾਡਾ ਕੰਮ ਹੈ ਜ਼ਮੀਨ ਵਾਹੁਣੀ, ਬੀਜਣੀ, ਫਸਲ ਪੈਦਾ ਕਰਨੀ, ਮੱਝਾਂ ਗਾਵਾਂ ਰੱਖਣੀਆਂ, ਚੋਣੀਆਂ, ਇਹ ਪੂਜਾ ਕਰਨੀ ਤੇਰੇ ਵੱਸ ਦਾ ਕੰਮ ਨਹੀਂ ਹੈ। ਇਸ ਤਰ੍ਹਾਂ ਕਹਿ ਕੇ ਭਗਤ ਧੰਨਾ ਜੀ ਨੂੰ ਤੋਰ ਦਿੱਤਾ। ਦੂਜਾ ਦਿਨ ਫਿਰ ਹੋਇਆ, ਫਿਰ ਜਾ ਕੇ ਉਸ ਬ੍ਰਾਹਮਣ ਨੂੰ ਕਹਿਣ ਲੱਗੇ ਵੀ ਨਹੀਂ, ਮੈਂ ਕਰ ਲਵਾਂਗਾ, ਜਿਸ ਤਰ੍ਹਾਂ ਤੂੰ ਦੱਸੇਂਗਾ ਪੂਜਾ ਮੈਂ ਉਸੇ ਤਰ੍ਹਾਂ ਹੀ ਕਰਾਂਗਾ, ਪਰ ਮੈਨੂੰ ਇਹ ਠਾਕੁਰ ਚਾਹੀਦਾ।
ਤੇ ਉਸ ਵੇਲੇ ਬ੍ਰਾਹਮਣ ਨੇ ਫਿਰ ਆਖਿਆ, ਕਹਿਣ ਲੱਗਾ, ਨਹੀਂ ਤੇਰੇ ਕੋਲੋਂ ਸਾਡੀ ਵਿਧੀ ਵਾਲੀ ਪੂਜਾ ਨਹੀਂ ਹੋਣੀ, ਤੇਰੇ ਕੋਲੋਂ ਮੰਤਰ ਨਹੀਂ ਪੜ੍ਹੇ ਜਾਣੇ, ਤੇਰੇ ਕੋਲੋਂ ਆਰਤੀ ਨਹੀਂ ਉਤਾਰੀ ਜਾਣੀ, ਤੇਰੇ ਕੋਲੋਂ ਭੋਗ ਨਹੀਂ ਲਵਾਇਆ ਜਾਣਾ। ਦੂਜੇ ਦਿਨ ਮੁੜ ਆਏ, ਤੀਜੇ ਦਿਨ ਫਿਰ ਗਏ, ਅੱਜ ਖਹਿੜੇ ਹੀ ਪੈ ਗਿਆ। ਕਹਿਣ ਲੱਗੇ, ਨਹੀਂ ਠਾਕੁਰ ਤੇ ਮੈਂ ਲੈ ਕੇ ਹੀ ਜਾਣਾ। ਬ੍ਰਾਹਮਣ ਜਾਣਦਾ ਵੀ ਇਹ ਖਹਿੜੇ ਪੈ ਗਿਆ, ਹੋ ਸਕਦਾ ਕੱਲ ਨੂੰ ਕੋਈ ਨੁਕਸਾਨ ਨਾ ਕਰ ਦੇਵੇ, ਕੋਈ ਉਲਟਾ ਸਿੱਧਾ ਕਰਮ ਨਾ ਕਰ ਦੇਵੇ। ਬ੍ਰਾਹਮਣ ਨੇ ਸ਼ਰਤ ਰੱਖ ਲਈ, ਕਹਿਣ ਲੱਗਾ, ਠਾਕੁਰ ਮੈਂ ਤਾਂ ਦੇਵਾਂਗਾ, ਤੇਰੀਆਂ ਜਿਹੜੀਆਂ ਦੁੱਧ ਦੇਣ ਵਾਲੀਆਂ ਗਾਵਾਂ ਨੇ ਉਹਦੇ ਵਿੱਚੋਂ ਚੰਗੀ ਗਾਂ ਜਿਹੜੀ ਦੁੱਧ ਦੇਣ ਵਾਲੀ ਉਹ ਪਹਿਲਾਂ ਤੂੰ ਦਾਨ ਕਰ, ਪਹਿਲਾਂ ਤੂੰ ਆਪਣੇ ਵੱਲੋਂ ਭੇਟਾ ਦੇ, ਫਿਰ ਮੈਂ ਤੈਨੂੰ ਠਾਕੁਰ ਦੇਵਾਂਗਾ। ਤੇ ਭਗਤ ਧੰਨਾ ਜੀ ਨੇ ਛੇਤੀ ਦੇ ਨਾਲ ਇੱਕ ਗਾਂ ਫੜ ਕੇ ਨਾ ਆਪਣੀਆਂ ਗਾਵਾਂ ਵਿੱਚੋਂ ਤੇ ਬ੍ਰਾਹਮਣ ਨੂੰ ਦਾਨ ਕਰ ਦਿੱਤੇ। ਤੇ ਬ੍ਰਾਹਮਣ ਨੇ ਇੱਕ ਵੱਡਾ ਸਾਰਾ ਪੱਥਰ ਚੁੱਕ ਕੇ ਤੇ ਕੱਪੜੇ ਵਿੱਚ ਲਪੇਟ ਕੇ ਤੇ ਭਗਤ ਧੰਨਾ ਜੀ ਨੂੰ ਫੜਾਇਆ। ਕਹਿਣ ਲੱਗੇ, ਇਹ ਠਾਕੁਰ ਹੈ, ਇਹਦੀ ਪੂਜਾ ਕਰੇਗਾ, ਜੋ ਮੰਗੇਗਾ ਉਹ ਮਿਲੇਗਾ। ਭਗਤ ਧੰਨਾ ਜੀ ਭੋਲੇ ਨੇ ਉਹ ਠਾਕੁਰ ਲੈ ਲਿਆ, ਕੱਪੜੇ ਵਿੱਚ ਲਪੇਟ ਲਿਆ, ਘਰ ਚਲੇ ਗਿਆ। ਘਰ ਜਾ ਕੇ ਇਸ਼ਨਾਨ ਕਰਵਾਇਆ। ਮਿਸਤਰੀ ਨੂੰ ਕਹਿ ਕੇ, ਤਰਖਾਨ ਨੂੰ ਕਹਿ ਕੇ ਇੱਕ ਬੜੀ ਸੋਹਣੀ ਪੀੜ੍ਹੀ ਬਣਾਈ ਹੈ, ਉਸ ਪੀੜ੍ਹੀ ਦੇ ਉੱਪਰ ਉਸ ਪੱਥਰ ਨੂੰ ਟਿਕਾਇਆ, ਇਸ਼ਨਾਨ ਕਰਵਾਇਆ, ਤਿਲਕ ਲਾਇਆ, ਧੂਫ ਧੁਖਾਈ ਹੈ। ਜਿਵੇਂ ਉਹ ਬ੍ਰਾਹਮਣ ਨੂੰ ਕਰਦਿਆਂ ਦੇਖਦੇ ਸੀ, ਬਿਲਕੁਲ ਸਾਰਾ ਕੁਝ ਉਸੇ ਤਰ੍ਹਾਂ ਕੀਤਾ, ਸਾਰੀ ਪੂਜਾ ਕੀਤੀ ਹੈ। ਹੁਣ ਭੋਗ ਲਾਉਣ ਦਾ ਟਾਈਮ ਆ ਗਿਆ। ਬ੍ਰਾਹਮਣ ਤੇ ਥਾਲ ਤਿਆਰ ਕਰਕੇ ਲਿਆਉਂਦਾ, ਸਾਹਮਣੇ ਰੱਖਦਾ, ਕੁਝ ਸਮਾਂ ਮੰਤਰ ਪੜ੍ਹਦਾ ਤੇ ਫਿਰ ਥਾਲ ਚੁੱਕ ਕੇ ਲੈ ਜਾਂਦਾ। ਹੁਣ ਭਗਤ ਧੰਨਾ ਜੀ ਨੇ ਥਾਲ ਤੇ ਤਿਆਰ ਕਰਵਾ ਲਿਆ, ਠਾਕੁਰ ਦੇ ਸਾਹਮਣੇ ਰੱਖ ਕੇ ਹੱਥ ਜੋੜ ਬੇਨਤੀ ਕਰੇ, ਹੱਥ ਜੋੜ ਕੇ ਬੇਨਤੀਆਂ ਕਰਨ ਲੱਗ ਪਏ, ਆਪ ਜੀ ਇਹ ਭੋਜਨ ਛਕੋ, ਤੁਸੀਂ ਛਕੋਗੇ ਤੇ ਫਿਰ ਮੈਂ ਵੀ ਛਕਾਂਗਾ। ਜਦੋਂ ਗੁਰਮੁਖੋ ਥਾਲ ਰੱਖਿਆ ਨਾ ਤੇ ਸਾਹਮਣੇ ਬੈਠ ਗਏ, ਹੱਥ ਜੋੜ ਕੇ ਤੇ ਨੇਤਰ ਬੰਦ ਕਰ ਲੈ, ਬੇਨਤੀਆਂ ਕਰਦੇ ਪਏ। ਕਿੰਨਾ ਸਮਾਂ ਲੰਘ ਗਿਆ, ਠਾਕੁਰ ਜੀ ਨੇ ਭੋਜਨ ਨਹੀਂ ਛਕਿਆ। ਤੇ ਭਗਤ ਧੰਨਾ ਜੀ ਦਾ ਪਿਆਰ ਬੜਾ ਨਾ ਪਰਮੇਸ਼ਰ ਦੇ ਨਾਲ, ਮਨ ਸਾਫ਼ ਹੈ ਨਾ, ਮਨ ਵਿੱਚ ਵਲ ਛਲ ਨਹੀਂ ਹੈ, ਮਨ ਦੀ ਭਾਵਨਾ, ਮਨ ਦੀ ਪ੍ਰੀਤ ਹੈ। ਫਿਰ ਪ੍ਰਣ ਕਰ ਲਿਆ, ਕਹਿਣ ਲੱਗੇ, ਜਿੰਨਾ ਚਿਰ ਤੁਸੀਂ ਨਹੀਂ ਛਕਦੇ ਉਹਨਾਂ ਚਿਰ ਮੈਂ ਵੀ ਨਹੀਂ ਛਕਾਂਗਾ। ਆਪ ਵੀ ਭੁੱਖੇ ਭਗਤ ਧੰਨਾ ਜੀ ਸਾਹਮਣੇ ਬੈਠੇ, ਉਹ ਸਾਲਗ੍ਰਾਮ ਦੇ ਠਾਕੁਰ ਦੇ ਸਾਹਮਣੇ ਬੈਠੇ। ਕਹਿਣ ਲੱਗੇ, ਜਦੋਂ ਭਗਵਾਨ ਨੇ ਵੇਖਿਆ ਨਾ ਵੀ ਇਹ ਮੇਰਾ ਭਗਤ ਨਿਸ਼ਕਪਟ ਹੈ, ਇਹਦੇ ਮਨ ਵਿੱਚ ਕੋਈ ਵਲ ਛਲ ਨਹੀਂ ਹੈ, ਇਹ ਭੋਲਾ ਹੈ, ਇਹ ਤੇ ਭੁੱਖਾ ਬੈਠਾ ਰਹੇਗਾ। ਤੇ ਉਸ ਵੇਲੇ ਉਹਨਾਂ ਨੇ ਫਿਰ ਹੱਥ ਬਾਹਰ ਕੱਢ ਕੇ ਆਖਿਆ, ਕਹਿਣ ਲੱਗੇ, ਲਿਆ ਭਗਤ ਧੰਨਾ ਜੀ, ਲਿਆਓ ਫਿਰ ਜਿਹੜਾ ਭੋਜਨ ਤੁਸੀਂ ਲਿਆਂਦਾ ਅਸੀਂ ਛਕ ਲੈਂਦੇ। ਤੇ ਉਸ ਵੇਲੇ ਭਗਤ ਜੀ ਨੇ ਫਿਰ ਹੱਥੋਂ ਫੜ ਲਿਆ ਹੱਥ, ਕਹਿਣ ਲੱਗੇ ਵੀ ਇਸ ਤਰ੍ਹਾਂ ਨਹੀਂ, ਹੁਣ ਪ੍ਰਤੱਖ ਹੋ ਕੇ ਸਾਹਮਣੇ ਬੈਠ ਕੇ ਛਕੋ, ਕੱਲਾ ਹੱਥ ਬਾਹਰ ਕੱਢਿਆ ਗੱਲ ਨਹੀਂ ਬਣਨੀ ਹੈ। ਠਾਕੁਰ ਜੀਆਂ ਨੇ, ਭਗਵਾਨ ਜੀਆਂ ਨੇ ਸਾਹਮਣੇ ਬੈਠ ਕੇ ਭੋਜਨ ਛਕਿਆ। ਉਸ ਵੇਲੇ ਭਗਤ ਧੰਨਾ ਜੀ ਨੂੰ ਪੁੱਛਿਆ, ਕਹਿਣ ਲੱਗੇ, ਭਗਤ ਜੀ ਬਾਕੀਆਂ ਸਾਰਿਆਂ ਨੇ ਆਰਤੀ ਕੀਤੀ ਹੈ, ਭਗਤਾਂ ਨੇ ਤੁਸੀਂ ਕੋਈ ਆਰਤੀ ਨਹੀਂ ਕੀਤੀ ਹੈ, ਤੇ ਤੁਹਾਡੀ ਲੋੜ ਕੀ ਹੈ, ਕਿਸ ਲੋੜ ਵਾਸਤੇ ਤੁਸੀਂ ਮੈਨੂੰ ਯਾਦ ਕੀਤਾ? ਤੇ ਭਗਤ ਜੀਆਂ ਨੇ ਬਚਨ ਕੀਤੇ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਐ ਗੋਪਾਲ, ਐ ਠਾਕੁਰ ਪਰਮਾਤਮਾ, ਦੂਜਿਆਂ ਨੇ ਆਰਤੀ ਉਤਾਰੀ ਹੈ, ਮੈਂ ਆਰਤਾ ਉਤਾਰਦਾ। ਮੈਂ ਇਹ ਸੁਣਿਆ, ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਤੁਹਾਡੀ ਭਗਤੀ ਕਰਦੇ ਨੇ, ਜਿਹੜੇ ਨਾਮ ਜਪਦੇ ਨੇ, ਨਾਮ ਜਪਣ ਵਾਲਿਆਂ ਦੇ ਆਪ ਜੀ ਕੰਮ ਸਵਾਰ ਦਿੰਦੇ ਹੋ, ਬਣਾ ਦਿੰਦੇ ਹੋ। ਤੇ ਭਗਵਾਨ ਜੀ ਨੇ ਆਖਿਆ, ਹਾਂ ਬਿਲਕੁਲ ਭਗਤ ਧੰਨਾ ਜੀ ਸਹੀ ਸੁਣਿਆ, ਜਿਹੜਾ ਮੈਨੂੰ ਯਾਦ ਕਰਦਾ ਮੈਂ ਉਹਦੇ ਕੰਮ ਵਾਕਿਆ ਹੀ ਸਵਾਰ ਦਿੰਦਾ। ਤੇ ਫਿਰ ਭਗਤ ਧੰਨਾ ਜੀ ਕਹਿਣ ਲੱਗੇ ਵੀ ਮੇਰੇ ਵੀ ਸਵਾਰੋ, ਮੇਰੇ ਵੀ ਤੇ ਕਈ ਕੰਮ ਨੇ ਨਾ, ਖੇਤਾਂ ਨੂੰ ਪਾਣੀ ਲਾਉਣਾ, ਖੂਹ ਚਲਾਉਣਾ, ਗਾਵਾਂ ਚਾਰਨੀਆਂ ਨੇ, ਖੇਤੀ ਕਰਨੀ ਹੈ, ਕੰਮ ਤੇ ਮੇਰੇ ਵੀ ਬੜੇ ਨੇ, ਮੈਂ ਵੀ ਇਕੱਲਾ ਹਾਂ, ਫਿਰ ਮੇਰੇ ਕੰਮ ਵੀ ਸਵਾਰੋ। ਗੁਰਮੁਖੋ ਬਚਨ ਇਹ ਹੈ, ਦੁਨਿਆਵੀ ਪਿਤਾ ਦੇ ਕੋਲੋਂ ਹੋ ਸਕਦਾ ਵੀ ਇੰਨੇ ਹੱਕ ਦੇ ਨਾਲ ਕਿਸੇ ਨੇ ਕੁਝ ਮੰਗਿਆ ਹੋਵੇ। ਅਸੀਂ ਦੁਨੀਆਦਾਰੀ ਵਿੱਚ ਰਹਿੰਦੇ ਹਾਂ, ਅਸੀਂ ਆਪਣੇ ਬਾਪ ਤੋਂ, ਪਿਤਾ ਤੋਂ ਇੰਨੇ ਹੱਕ ਨਾਲ ਕੋਈ ਚੀਜ਼ ਨਹੀਂ ਮੰਗੀ ਹੋਵੇਗੀ।
ਜਾਂ ਸਾਡੇ ਪੁੱਤਰ ਨੇ ਇੰਨਾ ਜ਼ੋਰ ਪਾ ਕੇ ਜਾਂ ਇੰਨੇ ਹੱਕ ਦੇ ਨਾਲ ਸਾਡੇ ਕੋਲੋਂ ਚੀਜ਼ ਨਹੀਂ ਮੰਗੀ ਹੋਵੇਗੀ ਜਿੰਨੇ ਹੱਕ ਦੇ ਨਾਲ ਭਗਤ ਧੰਨਾ ਜੀ ਨੇ ਪਰਮੇਸ਼ਰ ਕੋਲੋਂ ਮੰਗਿਆ ਹੈ। ਦਾਲ ਸਿੱਧਾ ਮੰਗੋ ਘਿਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਛਕਣ ਵਾਸਤੇ ਦਾਲ ਚਾਹੀਦੀ ਹੈ, ਰੋਟੀ ਵਾਸਤੇ ਸਿੱਧਾ ਚਾਹੀਦਾ, ਆਟਾ ਵੀ ਚਾਹੀਦਾ, ਪ੍ਰਸ਼ਾਦਾ ਬਣਾਉਣ ਵਾਸਤੇ ਦਾਲ ਚਾਹੀਦੀ ਹੈ। ਦਾਲ ਸਿੱਧਾ ਮੰਗੋ ਘਿਓ, ਘਿਓ ਚਾਹੀਦਾ ਪ੍ਰਸ਼ਾਦਾ ਬਣਾਉਣ ਵਾਸਤੇ, ਸਬਜ਼ੀ ਬਣਾਉਣ ਵਾਸਤੇ। ਹਮਰਾ ਖੁਸ਼ੀ ਕਰੈ ਨਿਤ ਜੀਓ, ਸਾਡਾ ਮਨ ਖੁਸ਼ ਹੋਵੇ। ਪਨੀਆਂ ਛਾਦਨ ਨੀਕਾ, ਪਨੀਆਂ ਕਹੀਏ ਜੁੱਤੀ ਵੀ ਚਾਹੀਦੀ ਹੈ ਪੈਰਾਂ 'ਚ ਪਾਉਣ ਵਾਲੀ, ਤੇ ਕੱਪੜਾ ਵੀ ਚਾਹੀਦਾ ਤਨ ਢੱਕਣ ਵਾਸਤੇ। ਪਨੀਆਂ ਜੁੱਤੀ ਹੈ, ਛਾਦਨ ਜਿਹੜਾ ਹੈ ਉਹ ਬਸਤਰ ਹਨ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸੱਤ ਸੀਕਾ। ਸੋਹਣੀ ਧਰਤੀ, ਵਾਹੀ ਹੋਈ ਧਰਤੀ ਵਿੱਚੋਂ ਪੈਦਾ ਕੀਤਾ ਅਨਾਜ ਵੀ ਚਾਹੀਦਾ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਦੁੱਧ ਪੀਣ ਵਾਸਤੇ ਗਾਂ ਚਾਹੀਦੀ ਹੈ, ਦੁੱਧ ਪੀਣ ਵਾਸਤੇ ਮੱਝ ਚਾਹੀਦੀ ਹੈ। ਜਦੋਂ ਮੈਨੂੰ ਕਿਤੇ ਸਫ਼ਰ 'ਤੇ ਜਾਣਾ ਪਵੇ ਤੇ ਉਹਦੇ ਵਾਸਤੇ ਮੈਨੂੰ ਘੋੜੀ ਦੀ ਸਵਾਰੀ ਚਾਹੀਦੀ ਹੈ। ਇੱਕ ਤਾਜਨ ਤੁਰੀ ਚੰਗੇਰੀ, ਤਾਜਨ ਨਾਮ ਘੋੜੀ ਦਾ ਹੀ ਹੈ। ਇੱਕ ਘੋੜੀ ਹੋਵੇ ਮੇਰੇ ਆਉਣ ਜਾਣ ਵਾਸਤੇ। ਜਦੋਂ ਇਹ ਸਾਰੀਆਂ ਵਸਤੂਆਂ ਮੰਗੀਆਂ ਤੇ ਭਗਵਾਨ ਜੀ ਕਹਿਣ ਲੱਗੇ ਠੀਕ ਹੈ ਭਗਤ ਧੰਨਾ ਜੀ, ਮੰਗ ਤੇ ਸਾਰਾ ਕੁਝ ਲਿਆ, ਹੁਣ ਹੋਰ ਤੇ ਕੁਝ ਨਹੀਂ ਨਾ ਚਾਹੀਦਾ। ਤੇ ਫਿਰ ਸਭ ਤੋਂ ਅਖੀਰ ਤੇ ਕਹਿਣ ਲੱਗੇ ਇੱਕ ਜ਼ਰੂਰੀ ਵਸਤੂ ਰਹਿ ਗਈ ਹੈ, ਉਹ ਮੰਗਣੀ ਭੁੱਲ ਗਿਆ। ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਘਰ ਦੇ ਵਿੱਚ ਪਦਾਰਥ ਦੇ ਸਾਰੇ ਹੀ ਆ ਗਏ, ਜੁੱਤੀ ਆ ਗਈ ਹੈ, ਕੱਪੜੇ ਆ ਗਏ ਨੇ, ਅਨਾਜ ਆ ਗਿਆ, ਸਬਜ਼ੀਆਂ ਆ ਗਈਆਂ, ਦੁੱਧ ਆ ਗਿਆ, ਘੋੜੀ ਆ ਗਈ ਹੈ। ਜਿਹੜੇ ਪਦਾਰਥ ਚਾਹੀਦੇ ਨੇ ਆ ਸਾਰੇ ਹੀ ਗਏ, ਪਰ ਇਹਨਾਂ ਪਦਾਰਥਾਂ ਨੂੰ ਘਰ ਵਿੱਚ ਸਾਂਭਣ ਵਾਲੀ ਘਰਵਾਲੀ ਵੀ ਚਾਹੀਦੀ ਹੈ, ਜਿਹੜੀ ਸਾਰੇ ਪਦਾਰਥਾਂ ਨੂੰ ਸਾਂਭ ਲਵੇ। ਆਪਾਂ ਹੁਣੇ ਬਚਨੇ ਸਰਵਣ ਕੀਤਾ ਵੀ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਹੋ ਸਕਦਾ ਕਿਸੇ ਪੁੱਤਰ ਨੇ ਇੰਨੀਆਂ ਵਸਤੂਆਂ ਬਾਪ ਤੋਂ ਨਾ ਮੰਗੀਆਂ ਹੋਣ ਇੰਨੇ ਹਮੇ ਦਾਅਵੇ ਦੇ ਨਾਲ, ਪਰ ਭਗਤਾਂ ਨੇ ਪ੍ਰਮਾਤਮਾ ਕੋਲੋਂ ਮੰਗੀਆਂ ਨੇ। ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਨ ਆਵੇ। ਸਾਡੇ ਵਿੱਚੋਂ ਉੱਠ ਕੇ ਕੋਈ ਬੰਦਾ ਸਵਾਲ ਕਰੇਗਾ ਵੀ ਆਹ ਤੇ ਗੱਲ ਕੋਲੋਂ ਹੀ ਬਣਾ ਦਿੱਤੀ ਹੈ ਵੀ ਭਗਤ ਧੰਨਾ ਜੀ ਗਾਵਾਂ ਚਾਰਦੇ, ਉੱਥੇ ਬ੍ਰਾਹਮਣ ਜਿਹੜਾ ਸੀ ਉਹ ਪੂਜਾ ਕਰਦਾ। ਨਹੀਂ, ਭਾਈ ਗੁਰਦਾਸ ਜੀਆਂ ਨੇ ਇਹ ਸਾਰਾ ਪ੍ਰਸੰਗ ਲਿਖਿਆ। ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮਾਮਾ ਜੀ ਲੱਗਦੇ ਰਿਸ਼ਤੇਦਾਰੀ ਦੇ ਵਿੱਚ। ਭਾਈ ਗੁਰਦਾਸ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ। ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਬੈਠ ਕੇ ਉਹਨਾਂ ਨੇ ਇਹ ਬਚਨ ਲਿਖਿਆ, ਕਹਿਣ ਲੱਗੇ ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਨ ਆਵੇ। ਜਿੱਥੇ ਉਹ ਬ੍ਰਾਹਮਣ ਪੂਜਾ ਕਰਦਾ ਸੀ ਠਾਕੁਰ ਦੀ, ਉੱਥੇ ਭਗਤ ਧੰਨਾ ਜੀ ਆਪਣੀਆਂ ਗਾਵਾਂ ਚਰਾਉਣ ਜਾਂਦੇ। ਧੰਨੇ ਡਿੱਠਾ ਚਲਤ ਇਹੋ, ਬਚਪਨ ਦੇ ਵਿੱਚ ਰੋਜ਼ ਆਉਂਦੇ ਸੀ ਨਾ, ਵੇਖਦੇ ਰੋਜ਼ ਉਹ ਠਾਕੁਰ ਦੀ ਪੂਜਾ ਕਰਦਾ, ਰੋਜ਼ ਭਗਤ ਧੰਨਾ ਜੀ ਵੇਖਦੇ। ਰੋਜ਼ ਦਾ ਹੀ ਇਹ ਕੰਮ ਹੈ, ਰੋਜ਼ ਦਾ ਹੀ ਨਿਤਨੇਮ ਹੈ, ਉਹ ਪੂਜਾ ਹੁੰਦੀ ਦੇਖਣੀ। ਪੁੱਛਿਆ ਬਾਹਮਣ ਆਖ ਸੁਣਾਵੇ। ਇੱਕ ਦਿਨ ਭਗਤ ਧੰਨਾ ਜੀ ਨੇ ਪੁੱਛ ਹੀ ਲਿਆ, ਇਹ ਬ੍ਰਾਹਮਣ ਜੀ ਇਹ ਰੋਜ਼ ਤੁਸੀਂ ਕੀ ਕਰਦੇ ਹੋ? ਧੂਫਾਂ ਦਿਖਾਉਂਦੇ ਹੋ, ਟੱਲੀਆਂ ਵਜਾਉਂਦੇ ਹੋ, ਭੋਗ ਲਵਾਉਂਦੇ ਹੋ, ਪੱਥਰ ਦਾ ਇਸ਼ਨਾਨ ਕਰਵਾਉਂਦੇ ਹੋ। ਜਦੋਂ ਭਗਤ ਧੰਨਾ ਜੀ ਨੇ ਪੁੱਛਿਆ ਤੇ ਠਾਕੁਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਬ੍ਰਾਹਮਣ ਨੇ ਆਖਿਆ ਭਗਤ ਧੰਨਾ ਜੀ ਮੈਂ ਠਾਕੁਰ ਦੀ ਪੂਜਾ ਕਰਦਾ, ਇਹ ਪੂਜਾ ਮੈਂ ਤਾਂ ਕਰਦਾ ਮੈਂ ਜਿਹੜਾ ਫਲ ਮੰਗਾਂਗਾ ਨਾ ਉਹ ਫਲ ਮੈਨੂੰ ਮਿਲ ਜਾਣਾ ਹੈ, ਤਾਂ ਪੂਜਾ ਕਰੀਦੀ ਹੈ। ਅਸੀਂ ਆਉਣੇ ਨਾ ਗੁਰੂ ਘਰ ਮੱਥਾ ਟੇਕਣ ਵਾਸਤੇ, ਬੱਚੇ ਨਾਲ ਆਉਂਦੇ ਸਾਡੇ, ਬੇਨਤੀ ਕਰੀਦੀ ਹੈ ਨਾ ਵੀ ਨਾਲ ਬੱਚਿਆਂ ਨੂੰ ਲੈ ਕੇ ਆਇਆ ਕਰੋ। ਜਦੋਂ ਅਸੀਂ ਨਮਸਕਾਰ ਕਰਾਂਗੇ, ਮੱਥਾ ਟੇਕਾਂਗੇ, ਅਰਦਾਸ ਕਰਾਂਗੇ, ਸਾਡਾ ਬੱਚਾ ਸਾਡੇ ਕੋਲੋਂ ਪੁੱਛੇਗਾ ਵੀ ਆਪਾਂ ਮੱਥਾ ਕਿਉਂ ਟੇਕਿਆ। ਉਹ ਪੁੱਛੇਗਾ ਆਪਾਂ ਅਰਦਾਸ ਕਿਉਂ ਕੀਤੀ ਹੈ, ਆਪਾਂ ਦੀਵਾਨ ਵਿੱਚ ਬੈਠ ਕੇ ਕੀਰਤਨ ਕਿਉਂ ਸੁਣਿਆ। ਤੇ ਫਿਰ ਅਸੀਂ ਉਹਨੂੰ ਦੱਸਾਂਗੇ ਕਿ ਮੱਥਾ ਟੇਕਣ ਦੇ ਨਾਲ ਸਾਰੇ ਪਾਪਾਂ ਦੀ ਪੰਡ ਡਿੱਗ ਪੈਂਦੀ ਹੈ, ਲਹਿ ਜਾਂਦੀ ਹੈ। ਮੱਥਾ ਟੇਕਣਾ ਜ਼ਰੂਰੀ ਹੈ, ਇਹਦੇ ਨਾਲ ਪਾਪ ਨਾਸ ਹੁੰਦੇ, ਗੁਰੂ ਨੂੰ ਨਮਸਕਾਰ ਹੁੰਦੀ ਹੈ। ਜਦੋਂ ਅਸੀਂ ਅਰਦਾਸ ਕਰਾਂਗੇ, ਬੱਚਾ ਪੁੱਛੇਗਾ ਵੀ ਅਰਦਾਸ ਕਿਉਂ ਕੀਤੀ, ਅਸੀਂ ਦੱਸਾਂਗੇ ਵੀ ਅਰਦਾਸ ਕਰਕੇ ਸਾਰੇ ਪਦਾਰਥ ਗੁਰੂ ਕੋਲੋਂ ਪ੍ਰਾਪਤ ਹੁੰਦੇ ਨੇ।
ਇਹ ਸੰਸਕਾਰ ਨੇ, ਗੁਰਮਤਿ ਦੇ ਸੰਸਕਾਰ ਬੱਚਿਆਂ ਨੂੰ ਸਿਖਾਉਣ ਵਾਸਤੇ। ਪਰ ਜੇ ਅਸੀਂ ਨਾਲ ਲੈ ਕੇ ਆਵਾਂਗੇ ਤੇ ਤਾਂ ਹੀ ਉਹ ਪੁੱਛਣਗੇ ਨਾ ਵੀ ਸਾਡੇ ਮਾਂ ਨੇ ਮੱਥਾ ਕਿਵੇਂ ਟੇਕਿਆ, ਬਾਪ ਨੇ ਕਿਵੇਂ ਟੇਕਿਆ, ਇਹਨਾਂ ਨੇ ਅਰਦਾਸ ਕਿਵੇਂ ਕੀਤੀ ਹੈ, ਇਹਨਾਂ ਨੇ ਗੁਰੂ ਕੋਲੋਂ ਮੰਗਿਆ ਕਿਵੇਂ ਹੈ। ਜੇ ਉਹ ਵੇਖਣਗੇ ਤੇ ਤਾਂ ਹੀ ਉਹਨਾਂ ਨੂੰ ਇਹ ਗੁਣ ਪ੍ਰਾਪਤ ਹੋਣਗੇ। ਪਰ ਜੇ ਅਸੀਂ ਲੈ ਕੇ ਹੀ ਨਹੀਂ ਆਵਾਂਗੇ, ਬੱਚੇ ਨੂੰ ਕੀ ਪਤਾ ਮੱਥਾ ਕਿਵੇਂ ਟੇਕਣਾ, ਅਰਦਾਸ ਕਿਵੇਂ ਕਰਨੀ ਹੈ, ਸੰਗਤ ਵਿੱਚ ਕਿਵੇਂ ਬੈਠਣਾ। ਇਹ ਸੰਸਕਾਰ ਸਾਨੂੰ ਦੇਣੇ ਪੈਣਗੇ ਨਾਲ ਲਿਆ ਕੇ। ਕਹਿਣ ਲੱਗੇ ਭਗਤ ਧੰਨੇ ਨੂੰ ਉਸ ਵੇਲੇ ਦੱਸਿਆ, ਬ੍ਰਾਹਮਣ ਨੇ ਕਹਿਣ ਲੱਗਾ ਜੀ ਮੈਂ ਠਾਕੁਰ ਦੀ ਪੂਜਾ ਕਰਦਾ, ਮੈਂ ਜਿਹੜਾ ਪਦਾਰਥ ਮੰਗਾਂਗਾ ਇਹ ਠਾਕੁਰ ਮੈਨੂੰ ਦੇਵੇਗਾ। ਤੇ ਉਸ ਵੇਲੇ ਧੰਨਾ ਕਰਦਾ ਜੋਦੜੀ, ਮੈਂ ਵੀ ਇਹ ਦੇਹੋ ਇੱਕ ਤੁਧ ਭਾਵੈ, ਇਹ ਬ੍ਰਾਹਮਣ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਓ। ਤੁਸੀਂ ਤੇ ਕਈ ਠਾਕੁਰ ਰੱਖੇ ਨੇ, ਇੱਕ ਮੈਨੂੰ ਦੇ ਦਿਓ, ਮੈਂ ਵੀ ਜਾ ਕੇ ਉਹਦੀ ਪੂਜਾ ਕਰਾਂ, ਮੈਂ ਵੀ ਉਹਨੂੰ ਖੁਸ਼ ਕਰ ਲਵਾਂ, ਕਿਉਂਕਿ ਮੇਰੇ ਵੀ ਕਈ ਕੰਮ ਨੇ ਜਿਹੜੇ ਮੈਂ ਕਰਾਉਣੇ ਨੇ। ਪੱਥਰ ਇੱਕ ਲਪੇਟ ਕਰ। ਭਾਈ ਗੁਰਦਾਸ ਜੀ ਨੇ ਲਿਖਿਆ ਵੀ ਉਹ ਬ੍ਰਾਹਮਣ ਬੜਾ ਚਲਾਕ ਸੀ, ਉਹਨੇ ਵੇਖਿਆ ਵੀ ਉਹ ਸਾਹਮਣੇ ਪੱਥਰ ਪਿਆ, ਉਹਨੇ ਪੱਥਰ ਚੁੱਕਿਆ ਤੇ ਕੱਪੜੇ ਵਿੱਚ ਲਪੇਟਿਆ ਤੇ ਲਪੇਟ ਕੇ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਆਪਣਾ ਖੜਾ ਛਡਾਇਆ, ਆਪਾਂ ਆਖਦੇ ਵੀ ਜਾ ਯਾਰ ਤੂੰ ਲੈਣਾ ਜੋ ਲੈ ਜਾ, ਮੇਰਾ ਖੜਾ ਛੱਡ। ਉਹਨੇ ਵੇਖਿਆ ਵੀ ਇਹ ਰੋਜ਼ ਹੀ ਮੰਗ ਲੈਂਦਾ ਆ ਕੇ ਮੈਨੂੰ ਠਾਕੁਰ ਦੇ, ਮੈਨੂੰ ਠਾਕੁਰ ਦੇ, ਅੱਜ ਇਹਨੂੰ ਮਗਰੋਂ ਲਾ ਹੀ ਦਿਆਂ, ਮੈਂ ਆਪਣਾ ਖਹਿੜਾ ਛਡਾਵਾਂ। ਉਹਨੇ ਪੱਥਰ ਦੇ ਕੇ ਆਖਿਆ ਵੀ ਮੇਰਾ ਖਹਿੜਾ ਛੱਡ, ਤੂੰ ਲੈ ਜਾ ਜਿੱਧਰ ਮਰਜ਼ੀ ਇਹਨੂੰ। ਭਗਤ ਧੰਨਾ ਜੀ ਲੈ ਗਏ, ਠਾਕੁਰ ਨੂੰ ਨਿਵਾਲ ਕੇ। ਹੁਣ ਉਹਨੇ ਵੇਖਿਆ ਸੀ ਨਾ, ਬੱਚੇ ਜਦੋਂ ਰੋਜ਼ ਗਾਵਾਂ ਚਾਰਨ ਜਾਂਦਾ, ਰੋਜ਼ ਵੇਖਦਾ ਵੀ ਉਹ ਜਿਹੜਾ ਬ੍ਰਾਹਮਣ ਹੈ ਉਹ ਪੱਥਰ ਦਾ ਇਸ਼ਨਾਨ ਕਰਾਉਂਦਾ। ਜਿਵੇਂ ਉਹ ਇਸ਼ਨਾਨ ਕਰਾਉਂਦਾ ਸੀ ਉਵੇਂ ਜਾ ਕੇ ਭਗਤ ਧੰਨਾ ਜੀ ਨੇ ਵੀ ਇਸ਼ਨਾਨ ਕਰਾਇਆ। ਸ਼ਾਹੇ ਰੋਟੀ ਲੈ ਭੋਗ ਚੜਾਵੇ। ਸ਼ਾਹੇ ਨਾਮ ਗੁਰਮੁਖੋਂ ਲੱਸੀ ਦਾ, ਉਹਨੇ ਲੱਸੀ ਦਾ ਗੜਵਾ ਭਰਿਆ, ਨਾਲ ਪ੍ਰਸ਼ਾਦੇ ਤਿਆਰ ਕੀਤੇ, ਨਾਲ ਦਹੀਂ ਤਿਆਰ ਕੀਤਾ। ਪ੍ਰਸ਼ਾਦੇ ਚੰਗੀ ਤਰ੍ਹਾਂ ਬਣਾ ਕੇ ਦਹੀਂ ਦਾ ਗੜਵਾ, ਦੁੱਧ ਦਾ ਗੜਵਾ ਤਿਆਰ ਕਰਕੇ ਤੇ ਉਹਨੇ ਅੱਗੇ ਰੱਖਿਆ ਤੇ ਆਖਣ ਲੱਗਾ ਜੀ ਛਕੋ। ਹੁਣ ਭੋਲਾ ਹੈ, ਉਹਨੂੰ ਇਹ ਨਹੀਂ ਪਤਾ ਵੀ ਬ੍ਰਾਹਮਣ ਭੋਗ ਲਵਾ ਕੇ ਮੁੜ ਕੇ ਥਾਲੀ ਚੁੱਕ ਲੈਂਦਾ ਸੀ ਤੇ ਆਪ ਛਕ ਲੈਂਦਾ। ਉਹਦੇ ਭਾਣੇ ਇਹ ਆ ਵੀ ਇਹ ਠਾਕੁਰ ਖਾਵੇਗਾ। ਹੱਥ ਜੋੜ ਮਿੰਨਤਾਂ ਕਰੇ, ਪੈਰੀ ਪੈ ਪੈ ਬਹੁਤ ਮਨਾਵੇ। ਕੁਝ ਸਮਾਂ ਉਡੀਕਦਾ ਰਿਹਾ, ਠਾਕੁਰ ਪ੍ਰਗਟ ਨਹੀਂ ਹੋਇਆ ਤੇ ਉਹ ਮਿੰਨਤਾਂ ਕਰਨ ਲੱਗ ਪਿਆ, ਤਰਲੇ ਕਰਨ ਲੱਗ ਪਿਆ, ਠਾਕੁਰ ਜੀ ਆ ਜਾਓ ਜੀ, ਛਕ ਲਓ ਜੀ, ਤੁਹਾਨੂੰ ਵੀ ਭੁੱਖ ਲੱਗੀ ਹੋਵੇਗੀ, ਮੈਨੂੰ ਵੀ ਭੁੱਖ ਲੱਗੀ ਹੋਵੇਗੀ। ਨਹੀਂ ਨਿਕਲਿਆ। ਫਿਰ ਵਾਰ-ਵਾਰ ਪੱਥਰ ਨੂੰ ਹੱਥ ਲਾਉਂਦਾ, ਹੱਥ ਲਾ ਲਾ ਕੇ ਪੱਥਰ ਨੂੰ ਤੇ ਮੱਥੇ ਨੂੰ ਲਾਉਂਦਾ, ਤਰਲੇ ਕਰਦਾ, ਆਓ ਜੀ ਭੋਜਨ ਛਕੋ ਜੀ, ਮੇਰੇ ਤੇ ਕਿਰਪਾ ਕਰੋ। ਕਹਿਣ ਲੱਗੇ ਵਾਰ-ਵਾਰ ਮਿੰਨਤਾਂ ਕੀਤੀਆਂ, ਹੌਂਪੀ ਮੂੰਹ ਨਾ ਜੁਠਾਲਸਾ, ਤੂੰ ਰੂਠਾ ਮੈਂ ਕਿਹੋ ਨਾ ਸਿਖਾਵੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਫਿਰ ਭਗਤ ਧੰਨਾ ਜੀ ਨੇ ਆਖਿਆ ਵੀ ਜੇ ਰੱਬਾ ਤੂੰ ਮੇਰੇ ਨਾਲ ਰੁੱਸ ਗਿਆ ਨਾ ਵੀ ਤੂੰ ਭੋਜਨ ਨਹੀਂ ਮੇਰਾ ਛਕਦਾ, ਤੇ ਮੈਂ ਵੀ ਪ੍ਰਣ ਕਰਦਾ ਤੇਰੇ ਸਾਹਮਣੇ ਬੈਠ ਕੇ ਵੀ ਮੈਂ ਵੀ ਨਹੀਂ ਖਾਵਾਂਗਾ, ਉਹਨਾਂ ਚਿਰ ਨਹੀਂ ਖਾਵਾਂਗਾ ਜਿੰਨਾ ਚਿਰ ਤੂੰ ਨਹੀਂ ਖਾਂਦਾ ਆ ਕੇ। ਉਹਦੇ ਭੋਲੇ ਬੰਦੇ ਦੇ ਮਨ ਵਿੱਚ ਇਹ ਗੱਲ ਆ ਗਈ ਵੀ ਰੱਬ ਮੇਰੇ ਤੋਂ ਰੁੱਸ ਗਿਆ ਹੈ, ਨਾਰਾਜ਼ ਹੋ ਗਿਆ ਵੀ ਇਹ ਤਾਂ ਨਹੀਂ ਮੇਰੀ ਰੋਟੀ ਖਾਂਦਾ। ਬੱਚੇ ਰੁੱਸ ਜਾਂਦੇ ਨਾ ਘਰਾਂ ਵਿੱਚ, ਮੈਂ ਨਹੀਂ ਰੋਟੀ ਖਾਣੀ, ਉਹਨਾਂ ਨੂੰ ਮਨਾਉਣਾ ਪੈਂਦਾ। ਉਹ ਆਪ ਸਮਝਦਾ ਵੀ ਜਿਵੇਂ ਮੈਂ ਰੁੱਸ ਜਾਂਦਾ, ਮੈਂ ਰੋਟੀ ਨਹੀਂ ਖਾਂਦਾ, ਮਾਂ ਮਨਾਉਂਦੀ ਹੈ, ਮੈਨੂੰ ਬਾਪ ਮਨਾਉਂਦਾ, ਇਹ ਠਾਕੁਰ ਵੀ ਰੁੱਸ ਗਿਆ ਹੈ। ਵਾਰ-ਵਾਰ ਮਿੰਨਤਾਂ ਕਰਕੇ ਮਨਾਉਂਦਾ। ਕਹਿਣ ਲੱਗਾ ਵੀ ਜਿੰਨਾ ਚਿਰ ਤੁਸੀਂ ਨਹੀਂ ਛਕੋਗੇ ਮੈਂ ਵੀ ਨਹੀਂ ਛਕਾਂਗਾ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਗੁਸਾਈ ਪ੍ਰਤੱਖ ਹੋਏ, ਰੋਟੀ ਖਾਏ ਸ਼ਾਹੇ ਮੋਹ ਲਾਵੇ। ਉੱਥੇ ਫਿਰ ਪਰਮਾਤਮਾ ਨੂੰ ਪ੍ਰਗਟ ਹੋਣਾ ਪਿਆ। ਪੱਥਰ ਵਿੱਚੋਂ ਪ੍ਰਗਟ ਹੋ ਕੇ ਆਖਿਆ, ਲਿਆ ਭਗਤ ਧੰਨਿਆ, ਤੇਰੀ ਲਿਆਂਦੀ ਲੱਸੀ ਪੀਏ, ਤੇਰਾ ਲਿਆਂਦਾ ਅਸੀਂ ਭੋਜਨ ਛਕੀਏ। ਤੇ ਭਗਤ ਧੰਨਾ ਜੀ ਨੇ ਫਿਰ ਆਪਣੇ ਹੱਥਾਂ ਨਾਲ ਲੱਸੀ ਪਿਆਈ, ਨਾਲੇ ਭੋਜਨ ਛਕਾਇਆ। ਭੋਲਾ ਭਾਓ ਗੋਬਿੰਦ ਮਿਲਾਵੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਰੱਬ ਤੇ ਅੱਜ ਵੀ ਮਿਲਦਾ ਹੈ। ਰੱਬ ਤੇ ਉਦੋਂ ਵੀ ਮਿਲਦਾ ਸੀ ਜਦੋਂ ਭਗਤ ਧੰਨਾ ਜੀ ਵਰਗੇ ਸਨ, ਪਰ ਮਿਲਦਾ ਉਹ ਭੋਲੇ ਲੋਕਾਂ ਨੂੰ, ਚਲਾਕਾਂ ਨੂੰ ਨਹੀਂ ਕਦੇ ਮਿਲਿਆ। ਅਸੀਂ ਬੜੀਆਂ ਚਲਾਕੀਆਂ ਲੈ ਕੇ, ਬੜੀਆਂ ਚਤੁਰਾਈਆਂ ਲੈ ਕੇ ਆਈਦਾ, ਬੜੀਆਂ ਚਲਾਕੀਆਂ ਤੇ ਚਤੁਰਾਈਆਂ ਵਰਤੀ ਦੀਆਂ ਗੁਰੂ ਦੇ ਸਾਹਮਣੇ ਆ ਕੇ ਵੀ ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਦਾ। ਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤੇਰੇ ਕੋਲ ਜਿੰਨੀਆਂ ਮਰਜ਼ੀ ਸਿਆਣਪਾਂ ਹੋਣ, ਚਤੁਰਾਈਆਂ ਹੋਣ, ਚਲਾਕੀਆਂ ਹੋਣ,
तेरी एक भी चतुराई जां चलाकी परमात्मा दे अगे नहीं चलनी। ये सियाणप नाल नहीं किसी नूं मिलिया, चलाकी नाल नहीं मिलिया। जे मिलिया भोले भा मिलिया है। भोला भाओ गोबिंद मिलावे। गोबिंद की प्राप्ति भोले भा हुंदी है। ऐसा जीवन है भगत धन्ना जियां दा। राजस्थान के इलाके विच इन्हां ने जन्म लिया है। कई विद्वानां ने लिखिया भी रामानंद जी नूं इन्हां ने अपना गुरु बनाया सी। भगत धन्ना जी, इस तरह भगत रविदास जी, इस तरह भगत धन्ना जी, इन्हां सारियां दा लिखिया भी गुरु रामानंद ही सन। सारियां दे रौ विचार 50-55 साल की उम्र इस भगत ने अपने शरीर की मानी है। 3 शब्द गुरु ग्रंथ साहिब दे विच दर्ज करवाए ने। इस तरह का सी जीवन भगत धन्ना जियां दा, जिन्हां दा अज आपां दिहाड़ा मना रहे हैं। तो गुरमुखों नाल ही अज साहिब गुरु तेग बहादुर पातशाह जियां दा प्रकाश दिहाड़ा भी सानू प्राप्त होया। धन गुरु अर्जन देव पातशाह माता साहब माता गंगा जियां दे सपुत्र गुरु हरगोबिंद पातशाह महाराज होए। ते गुरु हरगोबिंद महाराज जियां ने 3 विआह जिहड़े सन अपने जीवन काल विच करवाए। वड्डे ने माता दमोदरी जी, ते छोटे ने माता मरवाही जी, ते सब तो छोटे ने माता साहब माता नानकी जी। 3 महल सन गुरु हरगोबिंद महाराज जियां दे। माता दमोदरी जियां दी कुख तो सब तो वड्डे पुत्र बाबा गुरदित्ता जी का जन्म होया अते एक बेटी बीबी वीरो जियां दा। बीबी वीरो जी ते बाबा गुरदित्ता जी दोने सके भैन भाई सन। ते माता दमोदरी जियां दी औलाद सन। गुरु पातशाह दे 5 पुत्र सन ते एक धी। 6 बच्चे ने, पर 6 विचों सब तो वड्डे बाबा गुरदित्ता जी। धन बाबा गुरदित्ता जो वर मंगया सो वर दिता। दीन दुनी दा टिक्का बचन पढ़ते हैं ना, जिन्हां ने कीरतपुर साहब शहर वसाया। बाबा गुरदित्ता जी, बीबी वीरो जी, माता दमोदरी दे पुत्र सन। एक धी है। दूजे महल होए माता मरवाही जी। उन्हां दी कुख तो बाबा सूरजमल का जन्म होया। उन्हां कोल इक्को ही पुत्र है। जदों दोनों मातावां दे कोल बचे होए ना, तो उस वेले माता नानकी जियां ने गुरु हरगोबिंद पातशाह नूं बेनती कीती। कहण लगे, सतगुरु जिवें दूजियां मेरियां भैणां दे घर विच औलाद है, मेरे ते भी कृपा करो, मेरे घर विच भी औलाद होवे। ते धन गुरु हरगोबिंद पातशाह महाराज जियां ने बचन आख्या। कहण लगे, नानकी जी तुसीं उन्हां नालों अधक होवोगे, उन्हां नालों पुत्र तुहाडे ज़्यादा होणगे। ये बचन वर दे रूप दे विच महाराज ने बख्शिया। फिर माता नानकी जियां दी कुख तो बाबा अटल राय जी, जिन्हां दा स्थान अमृतसर बनिया, बड़ा उच्चा गुरु घर बनिया। बाबा अटल राय जी उन्हां दे वड्डे पुत्र ने। छोटे पुत्र दा नाम बाबा अणी राय है, ते सब तो छोटे गुरु तेग बहादुर पातशाह। ये 3 पुत्र माता नानकी दे सन। 3 सके भरा सन। बाबा अटल राय जी, बाबा अणी राय जी ते गुरु तेग बहादुर पातशाह जी। जदों गुरु तेग बहादुर महाराज जियां दा अवतार होया ना, ते धन गुरु हरगोबिंद पातशाह महाराज उस वेले दरबार विच बैठे। विद्वानां ने 2:15 बजे का टाइम लिखिया गुरु तेग बहादुर पातशाह दे अवतार लैण दा, प्रगट होण दा। जदों सतगुरु तेग बहादुर पातशाह का अवतार होया, गुरु हरगोबिंद महाराज जियां नूं सुनेहा मिलिया दरबार दे विच महाराज अमृत वेले घर विच भुचंगी दी दात, साहिबजादे दी दात प्राप्त होई है। धन गुरु हरगोबिंद महाराज जी भाई जेठा जी नूं नाल लैके ना, ते भाई बिधी चंद नूं नाल लैके जिथे गुरुद्वारा बनिया ना गुरु के महल, अज भी तुसीं अमृतसर जाओ तो गुरु के महल वो स्थान है जिथे गुरु तेग बहादुर पातशाह का प्रकाश होया।
सतगुरु अपने पुत्र नूं वेखण वास्ते घर दे विच गए ते सारियां तो पहलां जाके अपने पुत्र नूं वेख के गुरु हरगोबिंद पातशाह ने नमस्कार कीती है। भाई बिधि चंद जी वेख के हैरान हो गए, कहन लगे भी ये पहले पिता ने जिहड़े पुत्र नूं नमस्कार करदे पे। अपने पुत्र नूं गोदी विच लिया, महाराज जियां ने लाड कीता। परिवार ने बेनती की, महाराज इन्हां दा नामकरण करो, आप जी बख्शिश करो, इन्हां दा नाम की रखना। ते गुरु पातशाह गुरु हरगोबिंद महाराज जियां ने नाम रखिया तेग बहादुर। इथों आने वाले समय नूं भी समझाया, कहन लगे ये साडा पुत्र धर्म की राखी करन वास्ते इहो जिहा बहादुर होवेगा, इनू धर्म तो ते बचन तो कोई डला नहीं सकेगा। ऐसी बहादुरी आने वाले समय विच इन्हां ने करनी है। ते तेग इन्हां दे अगे शब्द तां वरतिया, जिहड़ा इन्हां दा पुत्र होवेगा ना, तेग दा धड़ी होवेगा। धन गुरु गोबिंद सिंह महाराज जियां दे वाल इशारा है, गुरु हरगोबिंद पातशाह दियां दा इन्हां दा पुत्र तेग दा बहादुर होवेगा। ये खुद धर्म नूं पालन वास्ते, धर्म दा बेड़ा पार करन वास्ते, धर्म दे वास्ते कुर्बानी करनगे, ऐसे आप बहादुर होणगे। ये बचन गुरु हरगोबिंद पातशाह ने आखे। भाई बिधि चंद ने पूछया, महाराज आप जी ने नमस्कार क्यों की है, कारण की है? ते सतगुरु पातशाह ने उस वेले आख्या, कहन लगे बिधि चंद ये बहुत वड्डे अवतारी पुरुष ने अज दुनिया ते आए ने। इन्हां ने अपने तन की कुर्बानी दे के धर्म की रखिया करनी है। ये धर्म नूं रखण वास्ते, धर्म नूं बचाउण वास्ते आए ने। इन्हां ने गुरु नानक साहब की गुरता गद्दी ते बैठ के धर्म का बेड़ा पार लाउणा है। असीं इन्हां दी कमाई वेख के इन्हां नूं तां नमस्कार कीती है। असीं इन्हां नूं अपनी गोदी में चुकिया ना। गुरु हरगोबिंद महाराज ने गुरु तेग बहादुर पातशाह नूं अपनी गोदी मोढे नाल लाया ते सतगुरां ने गुरु तेग बहादुर महाराज जियां ने अपना निक्का जिहा सीस अपने पिता के मोढे दे नाल ला लिया। सतगुरां ने सीस ते हथ रख के आख्या, कहन लगे एक समा आवेगा, ये जिहड़ा सीस अज साडे मोढे दे नाल लगा है, ये सीस किसी दिन धर्म दे वास्ते कुर्बान होवेगा। ये धर्म की राखी करनगे, गुरता गद्दी का भार इन्हां ने चुकना है। ये बचन पहली बारी गुरु हरगोबिंद पातशाह ने गुरु तेग बहादुर महाराज जियां दा जदों अवतार होया, ऐसे बख्शिश वाले बचन उन्होंने पहला ही मुखों आखे। थोड़ा समा अगे लंघिया, गुरु तेग बहादुर पातशाह महाराज जी थोड़े जे वड्डे होए, बाकी साहबजादे पहला ही वड्डे सन। जदों महाराज दीवान सजाउंदे ना, दरबार सजाउंदे, जिथे संगतां आउंदियां मत्था टेकण वास्ते, महाराज दे पंजे पुत्र आ जांदे नमस्कार करन वास्ते। सतगुरु सारे पुत्रां नूं सन्मान देंदे, सत्कार देंदे, पर गुरु तेग बहादुर पातशाह नूं फड़ के अपनी गोदी विच बिठा के बड़ा लाड करदे महाराज, बड़ा प्यार करदे। एक दिन माता नानकी जी ने पुछ ही लिया, कहन लगे सतगुरु पुत्र ते तुहाडे ही ने सारे, पंजे पुत्रां दे तुसीं बाप हो, पर सब तो वध स्नेह जिहड़ा है तुसीं अपने सब तो छोटे पुत्र नूं करदे हो। ते धन गुरु हरगोबिंद पातशाह महाराज कहन लगे पुत्र ते पंज साडे ने, साडा पंजां नाल दुनियावी तौर ते बराबर दा ही प्यार है, पर असल विच कारण यह है, ये जिहड़ा साडा सब तो छोटा पुत्र है, इसने गुरता गद्दी दा मालक बनना है। धन गुरु तेग बहादुर पातशाह ने गुरु नानक साहब पातशाह की गुरता गद्दी दा मालक बनना बराजना है। ये धर्म की मूर्त शांति का सोमा इन्हां ने कुर्बानी करके धर्म बचाउणा। ये दूजी वारी बचन आख्या महाराज ने, जननी जनै कै भगत जन कह दाता कै सूर, नाहे ते जननी बाज रहे काहे गवावै नूर। ये सारे बचन गुरु तेग बहादुर पातशाह दे टुकदे। जिथे संगतां गुरु हरगोबिंद पातशाह कोलों वर मंगदियां, बचपन दे विच ही संगतां गुरु तेग बहादुर पातशाह तो बख्शिशां लैन लग पईयां। एक ब्राह्मण बड़ा गरीब है, मन विच सोचदा है मैं सतगुरां दे साहिबजादे कोलों बेनती करके
वर लवां बख्शिश लवां मेरी गरीबी दूर हो जावे। जदों चल के आया ना, बाबा गुरदिता जी मिले, बाबा सूरजमल जी मिले, बाबा अटल राय जी मिले, बाबा अनी राय जी मिले। नमस्कार सारिਆਂ ਨੂੰ ਕੀਤੀ, ਮੰਗਿਆ नहीं किसी ਕੋਲੋਂ। मन विच ये है जे मंगांगा पता नहीं मिलेगा जां थोड़ा मिलेगा, पर जेड़े सब तो छोटे सपुत्र ने ना महाराज दे गुरु तेग बहादुर पातशाह बड़े वड्डे दानी ने, जे इन्हां कोलों मंगांगा तो मैनूं वड्डा दान मिलेगा। ते गुरु तेग बहादुर पातशाह जदों थोड़ा जिहा पासे होए तो उस वेले ब्राह्मण ने हथ जोड़ के आख्या, कहन लगा जी बड़ा गरीब हाँ, घर विच प्रशादा पानी भी छकना बड़ा औखा है, आप जी कृपा करो मेरी गरीबी दूर करो। जदों ये बचन सुनिया ना गुरु तेग बहादुर पातशाह ने, बड़े वड्डे दानी ने सीस दा ते दान दिता है। सीस दा दान देण तो पहला भी बड़े दान दिते। अपने हत्थां विच सोने दे कंगण महाराज ने उस वेले पाए सन, सोने दे कड़े ला के अपने गल विच मोतियां दी माला पाई है, बड़े महंगे मुल वाली वो भी उतार के सारा कुछ उस ब्राह्मण नूं दे के आख्या, कहन लगे लै तेरी गरीबी दूर कर दित्ती। ये ब्राह्मण जय जयकार करदा, धन गुरु तेग बहादुर पातशाह जी दे सोले गाउंदा, सिफत करदा, दानी ते बड़े होए, राजे ते बड़े होए, धन गुरु तेग बहादुर पातशाह तुहाडे वर्गा दानी कोई नहीं हो सकदा। सतगुरु पातशाह जियां दे कोल एक व्यक्ति चल के आया, महाराज मेरे ते भी कृपा करो, मैनू भी दान दिओ। सतगुरां ने अपना घोड़ा समेत शस्त्रां दे इनू भी दान कर दिता। जननी जन कै भगत जन कै दाता कै सूर। वो जिहड़े दाते ने ना, वो गुरमुखो गुरु तेग बहादुर पातशाह ने किसी नूं सोने का कड़ा दान करते पे, किसी नूं मोतियां दी माला दिंदे पे, किसी नूं अपना घोड़ा दान करदे, ते गुरमुखो किसी नूं अपने कोलों शस्त्र दान कर दे। ऐसे बड़े दाते ते सतगुरु सूरमे भी बड़े बड़े ने। इतिहास विच बचन आउंदा है, करतारपुर साहब की धरती ते चौथा जंग लड़िया गुरु हरगोबिंद महाराज जियां ने। विद्वाना ने लिखिया भी बादशाह शाहजहां ने 1 लाख की वड्डी फौज भेजी है। पैंदे खान जरनैल आया एडी वड्डी फौज लैके भी महाराज नूं जिउंदियां फड़ के लैके आउणा। ते इतिहास विच बचन आउंदा, विद्वाना ने लिखिया भी महाराज दे कोल उस वेले 16 17 1800 सिपाही सन। महाराज दे कोल 1800 की फौज है, पैंदे खान 1 लाख की गिनती की फौज लैके आया जंग करन वास्ते। ते सतगुरु पातशाह महाराज जियां दे सिख तैयार ने जंग लड़न वास्ते। गुरु तेग बहादुर पातशाह ने शस्त्र सजाए, उमरा छोटी है, बेनती की, कहन लगे पिता जी दुश्मन बहुत वड्डी गिनती विच है, साडे सिखां दी गिनती घट है, पर मेरी बेनती है कि जंग लड़न दा मैनू भी मौका दिता जावे, मैं भी जिहड़ी है वो सत्रियां दी आन बान शान दिखा सकां, मैं भी जंग दे विच करतब दिखाने चाहुंदा। इन्ने चिर नूं माता नानकी जी घर की छत के उपर खलोते, उन्होंने वेख्या भी साडा सब तो छोटा पुत्र चले गया जंग मैदान दे विच, छेती नाल सुनेहा भेजिया तुसीं घरे आ जाओ, छोटे हो, तुहाडा जंग लड़ना बनदा नहीं। गुरु तेग बहादुर पातशाह ने उत्तर दिता, कहन लगे माता जी जदों दुश्मन घरे ही चल के आके पै जावे, उमरा दी विचार नहीं करी दी भी छोटा कौन है ते वड्डा कौन है, फिर ते रण तत्ते विच छाल मार के नित्र पईदा, अगे जो भाना परमात्मा दा होवेगा वो भला ही होवेगा। इस तरह कह के बड़े तेग दे करतब विखाए ते सारी दी सारी फौज जिहड़ी है ना करतारपुर दे जंग मैदान दे विच गर्क कर दित्ते। ते महाराज दे अद्धे सूरमे लिखिया भी अद्धी फौज महाराज दी शहीद होई, अद्धे सूरमे फटड़ हो गए, पर दुश्मन नाश हो गया, खत्म हो गया। गुरु हरगोबिंद पातशाह ने आख्या, कहन लगे अज तुसी अपना नाम सफला कर दिता है, जिहड़ा तुहाडा नाम रखिया सी तेग बहादुर, अज तुसी वाकई तेग दी बहादुरी विखा के वो नाम सफला किया है।
सतगुरु जिथे दानी ने उथे सूरमे भी ने। गुरमुखो इतिहास बड़ा वड्डा है, समा अपने कोल सीमित है। गुरु पातशाह अपना परिवार लैके कीरतपुर साहब की धरती ते आ गए। इत्थे महाराज जियां ने गुरता गद्दी गुरु हरराए पातशाह नूं बख्शिश की। इस गल का दुख माता मरवाही ते माता नानकी जी ने भी मन्निया। सतगुरां दे पंजां पुत्रां विचों बाबा गुरदित्ता जी पहला शरीर छड्ड गए सन, बाबा अटल राय भी पहला शरीर छड्ड गए सन, पर 3 पुत्र हाले महाराज दे कोल बाकी ने। जदों महाराज ने गुरता गद्दी आखिया भी असीं पोतरे नूं देवांगे, माता नानकी जी ते चुप करके बैठे रहे। पर माता मरवाही का इतिहास आउंदा है भी माता मरवाही जी ने गड्डे ते समान लद्या ते अपने पुत्र सूरजमल की बांह फड़ी ते कीरतपुर साहब नूं छड्ड के चल पए। जदों गुरु हरगोबिंद पातशाह नूं पता लगा, महाराज ने भाई बल्लू जी नूं भेज के, भाई भाना जी नूं भेज के वाहिगुरू जी ते उन्हां नूं बुलाया वापस। सतगुरु कहन लगे गुरता गद्दी जिहड़ी है जिहदे दात कर्मां विच होवे उहनूं अपने आप मिलदी है ते जोर नहीं किसे दा हुंदा। पर फिर भी जे मरवाही जी तुसीं कहिंदे हो ना भी तुहाडे पुत्र नूं सूरजमल नूं गुरता गद्दी मिले, ते महाराज ने बाबा सूरजमल नूं कोल मिला के आखिया, कहन लगे पुत्र तू चाहना भी तैनूं गुरता गद्दी मिले, तू गुरु बने। ते बाबा सूरजमल ने आखिया, कहन लगे नहीं सतगुरु मैनू जे देना चाहते हो ना तो अपने मुख दे विचों ये बचन करो भी मैं आप जी दा सिੱਖੀ नूं प्राप्त होवां, मैनू सिੱਖੀ प्राप्त होवे, मैं सिख बन जावां। मैनू गुरु बनने की जरूरत नहीं है, मैनू सिख बना दिओ, ये मैनू वरदान दिओ। गुरु हरगोबिंद महाराज जी ने खुश होकर वर दिता। कहन लगे बाबा सूरजमल जी तुहाडी संतान वधेगी, तुहाडी संतान की पूजा होया करेगी, तुसी सत्कारयोग दुनिया ते सत्कारे जाओगे, ऐसे वर बख्शे महाराज ने। उस वेले माता नानकी जी ने बेनती की, सतगुरु साडे वास्ते की हुक्म है? ते धन गुरु हरगोबिंद पातशाह कहन लगे गुरता गद्दी ते असी हरराए जियां नूं दे दित्ती है, समा आवेगा वो गुरता गद्दी तुहाडे कोल अपने आप पहुँचेगी। ये बचन सुन के माता नानकी जी दे नेत्र भर आए। कहन लगे पति सतगुरु जिवें आप जी सचखंड नूं चले हो सानू भी नाल लै जाओ, तुहाडे बिना साडा कौन है मगर साडी राखी करन वाला, सानू पालन वाला। की पता गुरता गद्दी बाद विच सानू कोई देवे कि ना देवे। जदों ये बचन किया ना माता नानकी दियां ने, इतिहासकार कहिंदे भी गुरु हरगोबिंद पातशाह उस वेले प्रशादा छकदे पए सन। महाराज ने प्रशादा छकिया, सेवादार ने हथ सुचे कराए, महाराज रुमाल दे नाल अपने हथ पूंझदे पए। जदों माता नानकी ने आखिया ना की पता सानू गुरता गद्दी बाद विच किसी ने देनी है कि नहीं देनी है, सतगुरां ने रुमाल इकट्ठा करके कहन लगे नानकी जी अपनी झोली करो, असी तुहानू दात बख्शदे हां। माता नानकी जियां ने झोली अड्ड लई, सतगुरां ने अपने हत्थां दा रुमाल झोली विच बख्शिश पा के आखिया गुरता गद्दी अपने आप तुहाडे कोल बैठिया आ जावेगी। साडे बचनां ते भरोसा रखो, अजे तुहाडे सचखंड जाण दा समा नहीं आया, अजे तुसीं पोतरे नूं पालना है, पोतरे दे दर्शन करने ने, पोतरे नूं लोरियां सुनाउणियां ने, अजे समा नहीं तुहाडा आया सचखंड जाण दा, इत्थे बैठ के इंतजार करो। फिर बेनती की महाराज हुण की करना चाहिए? गुरु हरगोबिंद पातशाह कहन लगे साडे अंतिम संस्कार तो मगरों तुसीं बाबा बकाला साहब चले जाओ। बाबा बकाला नगर जिहड़ा है ना गुरु तेग बहादुर महाराज जियां दा नानका पिंड है, माता नानकी जी इत्थों दे सन। ते सतगुरां दे नाना जी शाहूकार ने इलाके दे, बड़े अमीर आदमी ने। माता नानकी जी अपने पुत्र गुरु तेग बहादुर पातशाह नूं लैके बाबा बकाला साहब चले गए। इत्थे जाके गुरु पातशाह ने भूरा बनवाया ते भूरे विच बैठ के महाराज ने बंदगी 26 साल तो वध समा इत्थे बैठ के तप कीता। जननी जनै कै भगत जन कै दाता कै सूर, नाहे ता जननी बाज रह काहे गवावे नूर।
ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾਨੀ ਵੀ ਨੇ। ਆਪਾਂ ਬਚਨ ਸਰਵਣ ਕੀਤਾ, ਸਭ ਕੁਝ ਦਾਨ ਕੀਤਾ ਜੇ ਕਿਸੇ ਨੇ ਮੰਗਿਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸੂਰਮੇ ਵੀ ਨੇ। ਕਰਤਾਰਪੁਰ ਦੀ ਜੰਗ ਦੇ ਵਿੱਚ ਤੇਗ ਦੇ ਇਹੋ ਜਿਹੇ ਜੌਹਰ ਵਿਖਾਏ, ਗੁਰੂ ਹਰਗੋਬਿੰਦ ਪਾਤਸ਼ਾਹ ਆਖਦੇ ਤੁਸੀਂ ਨਾ ਸਫਲਾ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਭਗਤ ਵੀ ਨੇ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਭੋਰੇ ਵਿੱਚ ਬੈਠ ਕੇ ਐਸੀ ਮਾਲਾ ਫੇਰੀ ਹੈ, ਐਸਾ ਪਰਮਾਤਮਾ ਨੂੰ ਸਿਮਰਿਆ ਹੈ, ਯਾਦ ਕੀਤਾ ਹੈ, ਉਹਨਾਂ ਵਰਗੀ ਗੁਰਮੁਖੋ ਭਗਤੀ ਵੀ ਕੋਈ ਨਹੀਂ ਦੁਨੀਆ ਤੇ ਕਰ ਸਕਿਆ। ਐਡੀ ਵੱਡੀ ਭਗਤੀ ਉਹਨਾਂ ਦੀ ਹੈ। ਜਦੋਂ ਸਮਾਂ ਆਇਆ ਨਾ ਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਸਰੀਰ ਛੱਡਣ ਲੱਗੇ ਦਿੱਲੀ ਦੀ ਧਰਤੀ ਤੇ। ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਗੁਰੂ ਦੇ ਲੜ ਲਾ ਕੇ ਜਾਓ। ਉਸ ਵੇਲੇ ਫਿਰ ਬਚਨ ਨਿਕਲੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਮੁਖੋਂ, ਕਹਿਣ ਲੱਗੇ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਆਪ ਸੰਭਾਲੇ। ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗੁਰੂ ਤੇ ਬੜੇ ਬਣੇ ਆ ਕੇ, ਪਰ ਪੂਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਹੀ ਸਨ ਜਿਨ੍ਹਾਂ ਨੂੰ ਮੱਖਣ ਸ਼ਾਹ ਲੁਬਾਣੇ ਨੇ ਆ ਕੇ ਪ੍ਰਗਟ ਕੀਤਾ। ਉੱਚੀ ਆਵਾਜ਼ ਦੇ ਵਿੱਚ ਹੋਕਾ ਦਿੱਤਾ, ਗੁਰ ਲਾਧੋ ਰੇ, ਗੁਰ ਲਾਧੋ ਰੇ, ਪਰਉਪਕਾਰ ਕੀਤਾ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਗੁਰੂ ਬਣ ਕੇ ਪ੍ਰਗਟ ਹੋਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਵਰਗਾ ਨਾ ਕੋਈ ਦਾਨੀ ਹੈ, ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਵਰਗਾ ਕੋਈ ਬਹਾਦਰ ਹੈ, ਤੇ ਨਾ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਵਰਗਾ ਕੋਈ ਭਗਤ ਹੋ ਸਕਦਾ ਹੈ। ਜੇ ਐਸੇ ਹਨ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ। ਐਡੀ ਵੱਡੀ ਦਾਤ, ਉਹਨਾਂ ਦੇ ਨਾਮ ਦੀ ਐਡੀ ਵੱਡੀ ਬਰਕਤ ਹੈ। ਜਿਹੜਾ ਕੋਈ ਸਿਮਰਨ ਕਰਦਾ ਉਹਦੇ ਘਰੇ ਰਿਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ। ਜਿਹੜਾ ਕੋਈ ਉਹਨਾਂ ਦਾ ਸਿਮਰਨ ਕਰਦਾ ਉਹਦੀ ਸਹਾਇਤਾ ਵਾਸਤੇ ਮਹਾਰਾਜ ਆਪ ਆ ਖੜ ਜਾਂਦੇ। ਆਪ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ, ਭਗਤ ਧੰਨਾ ਜੀਆਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਗੁਰੂ ਕਿਰਪਾ ਕਰੇ, ਉਪਦੇਸ਼ ਸਾਡੇ ਹਿਰਦੇ ਵਸੇ, ਸਾਡਾ ਭਲਾ ਹੋਵੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲਿਖੈ ਕਤਹਿ ਨਾ ਛੂਟੀਐ, ਬਖਸ਼ਨਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।